तेरी पन खुदाई तू बख्शंद भी शेख परितै खैर दीजै बंदगी शेख परितै खैर दीजै बंदगी। तेरी कवन कवन गुण कह कह गावा तू साहिब गुणी निदाना। तुमरी महिमा वर्ण न सको तू ठाकुर ऊच भगवाना। तुमरी महिमा वर्ण न सको तू ठाकुर ऊच भगवाना। धन वाहिगुरु साहिब जीओ पतत उदाहरण भै हरण हर अनाथ के नाथ। कहो नानक तेहि जानिए सदा बस्त तुम साथ। पतत उदाहरण भै हरण हर अनाथ के नाथ। कहो नानक तेहि जानिए सदा बस्त तुम साथ। वाहिगुरु जी का खालसा वाहिगुरु जी की फतेह। सतगुरु ਗਿਆਨ ਦਾ ਸੁਰਮਾ ਸਾਡੀਆਂ ਅੱਖਾਂ ਵਿੱਚ ਪਾ ਕੇ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦੇ। ਹਨੇਰਾ ਦੂਰ ਹੋ ਜਾਏ, ਅਸਲੀਅਤ ਸਮਝਣੀ ਸੌਖੀ ਹੋ ਜਾਂਦੀ ਹੈ। ਪਿਛਲੇ ਸ਼ਲੋਕ ਵਿੱਚ ਸਾਡੇ ਭਰਮ ਨੂੰ, ਸਾਡੀ ਅਗਿਆਨਤਾ ਨੂੰ ਸਤਿਗੁਰੂ ਜੀ ਨੇ ਦੂਰ ਕੀਤਾ ਹੈ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾ। ਇਸਤਰੀ ਨੂੰ, ਧਨ ਨੂੰ ਅਤੇ ਸੰਪਤੀ ਨੂੰ ਜਿਹਨੂੰ ਤੂੰ ਆਪਣੀ ਕਰਕੇ ਮੰਨੀ ਬੈਠਾ, ਇਨਮੇ ਕੁਛ ਸੰਗੀ ਨਹੀਂ, ਇਹਦੇ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ, ਇਹ ਤੇਰੇ ਮਨ ਦਾ ਭਰਮ ਹੈ। ਤੋ ਉਸ ਅਗਿਆਨਤਾ ਦੇ ਵਿੱਚੋਂ ਨਿਕਲ ਕੇ ਹੁਣ ਮਨੁੱਖ ਆਪਣੇ ਆਪ ਦੇ ਨੇੜੇ ਹੋ ਗਿਆ। ਆਪਣੇ ਆਪ ਵੱਲ ਝਾਤ ਮਾਰੀ ਤੇ ਆਪਣੇ ਔਗਣ ਵੀ ਨਜ਼ਰ ਆਏ। ਹੁਣ ਪ੍ਰਤੀਤ ਹੋਇਆ, ਮਾਲਕ ਮੈਂ ਕਿਹੜਾ ਮੂੰਹ ਲੈ ਕੇ ਤੇਰੇ ਕੋਲ ਅਰਦਾਸ ਕਰਾਂ। ਇਹ ਤੇ ਪਤਾ ਲੱਗ ਗਿਆ ਇਹਨਾਂ ਚੋਂ ਸਾਥੀ ਮੇਰਾ ਕੋਈ ਨਹੀਂ। ਗੁਰਬਾਣੀ ਦੇ ਇੱਕ ਪਾਵਨ ਬਚਨ ਹੈ, ਕੋਈ ਜਨ ਹੈ ਕਵਨ ਇਹਾਂ ਜਗ ਮੀਤ। ਕੋਈ ਬਿਰਲਾ ਸਮਝਦਾ ਹੈ ਮੇਰਾ ਅਸਲ ਵਿੱਚ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ ਸੋਈ ਵਿਦ ਬੁਝੈ ਤਾਂ ਕਿ ਨਿਰਮਲ ਰੀਤ। ਉਹਦੀ ਜ਼ਿੰਦਗੀ ਗੁਜ਼ਾਰਨ ਦਾ ਢੰਗ ਬਦਲਦਾ ਹੈ, ਨਿਰਮਲ ਰੀਤ ਹੁੰਦੀ ਹੈ। ਆਪਣੇ ਅੰਦਰ ਝਾਤ ਮਾਰੀ ਤੇ ਆਪਣੇ ਔਗਣ ਨਜ਼ਰ ਆਏ। ਸਤਿਗੁਰੂ ਮੈਂ ਕਿਹੜਾ ਮੂੰਹ ਲੈ ਕੇ ਤੇਰੇ ਕੋਲ ਜਾਵਾਂ। ਕਿਉਂ? ਕਿਉਂਕਿ ਮੈਂ ਤਾਂ ਇਹੋ ਜਿਹੇ ਨੀਚ ਕੰਮ ਕਰ ਬੈਠਾ, ਉਸ ਪਰਿਵਾਰ ਦੇ, ਉਸ ਸੰਪਤੀ ਦੇ, ਉਸ ਧਨ ਦੇ ਮਗਰ ਲੱਗ ਕੇ ਹੁਣ ਮੈਂ ਤੇਰੇ ਮੂੰਹ ਦਿਖਾਉਣ ਜੋਗਾ ਨਹੀਂ ਰਹਿ ਗਿਆ। ਮੈਨੂੰ ਤਾਂ ਹੁਣ ਆਪਣੇ ਆਪ ਤੋਂ ਵੀ ਡਰ ਲੱਗਦਾ ਹੈ। ਨੰਗਾ ਦੋਸਤ ਚੱਲਿਆ ਤਾਂ ਦਿਸੇ ਖਰਾ ਡਰਾਵਣਾ। ਮੈਨੂੰ ਆਪਣੇ ਆਪ ਤੋਂ ਡਰ ਲੱਗਦਾ, ਮੇਰੇ ਔਗਣ ਮੈਨੂੰ ਡਰਾਉਂਦੇ।
ਜਿਹੜਾ ਮਾਲਕ ਸੀ ਉਹਨੂੰ ਮੈਂ ਆਪਣਾ ਬਣਾ ਨਹੀਂ ਸਕਿਆ, ਜਿਨ੍ਹਾਂ ਨੂੰ ਆਪਣੇ ਬਣਾਇਆ ਉਹ ਤੁਸੀਂ ਕਹਿੰਦੇ ਸਾਥੀ ਕੋਈ ਨਹੀਂ ਬਣਦੇ। ਸ਼ਹਿਦ ਦੇ ਦਰ ਦੀ ਨਿਰਮਲ ਆਵਾਜ਼ ਫਿਰ ਵੀ ਸਾਡੇ ਕੰਨਾਂ 'ਚ ਪੈਂਦੀ ਹੈ। ਕਹਿੰਦੇ ਹਾਲੇ ਵੀ ਨਾ ਡਰ। ਆ ਮੈਂ ਤੈਨੂੰ ਰੱਬ ਦੇ ਗੁਣ ਦੱਸਾਂ। ਅੱਜ ਦੇ ਸ਼ਲੋਕ ਵਿੱਚ ਇੱਕ ਇੱਕ ਗੱਲ ਦਾ ਸਾਡੀ ਦਾ ਜਵਾਬ ਹੈ। ਉਹ ਪਤਿਤ ਉਦਾਹਰਨ ਹੈ। ਡਿੱਗੇ ਹੋਏ ਨੂੰ ਜਿਹੜਾ ਧਰਮ ਤੋਂ ਡਿੱਗ ਜਾਏ, ਇਨਸਾਨੀਅਤ ਤੋਂ ਡਿੱਗ ਜਾਏ, ਉਹਨੂੰ ਵੀ ਚੱਕਣ ਦੇ ਕਾਬਲ ਹੈ, ਉਹਨੂੰ ਵੀ ਪਾਵਨ ਕਰਨ ਦੇ ਕਾਬਲ ਹੈ, ਉਹਦੇ ਕੋਲ ਸਮਰੱਥਾ ਹੈ। ਦੂਜੀ ਗੱਲ ਉਹ ਤੇਰੇ ਡਰ ਦੂਰ ਕਰਨ ਵਾਲਾ ਹੈ। ਤੀਜੀ ਗੱਲ ਜਿਹਨਾਂ ਦਾ ਕੋਈ ਵੀ ਨਹੀਂ ਹੁੰਦਾ ਉਹਦਾ ਵੀ ਉਹ ਨਾਥ ਬਣ ਜਾਂਦਾ ਹੈ, ਮਾਲਕ ਬਣ ਜਾਂਦਾ ਹੈ, ਔਰ ਤੇਰੇ ਕੋਲ ਵਸਦਾ ਹੈ, ਤੇਰੇ ਨਜ਼ਦੀਕ ਵਸਦਾ ਹੈ। ਬਸ ਉਹਦੇ ਨਾਲ ਸੰਬੰਧ ਜੋੜਨਾ ਹੈ ਆਪਣੀ ਯਾਦ ਦਾ, ਹੈ ਤੇਰੇ ਕੋਲ ਹੀ ਹੈ, ਤੇਰੀ ਯਾਦ ਕਰਕੇ ਸੰਬੰਧ ਟੁੱਟਿਆ ਹੋਇਆ। ਹੁਣ ਇੱਕ ਇੱਕ ਗੱਲ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਆਪਾਂ। ਪਹਿਲੀ ਗੱਲ ਪਤਿਤ ਉਦਾਹਰਨ। ਰੱਬ ਪਤਿਤ ਉਦਾਹਰਨ ਹੈ, ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ। ਗੁਰਬਾਣੀ ਵਿੱਚੋਂ ਇਸ ਗੱਲ ਦਾ ਬੜਾ ਪਿਆਰਾ ਜ਼ਿਕਰ ਮਿਲਦਾ ਹੈ। ਹਜ਼ੂਰ ਆਖਦੇ ਨੇ, ਕਹਿੰਦੇ ਜਦੋਂ ਮੈਂ ਆਪਣੇ ਮਾਲਕ ਦੇ ਘਰ ਵੱਲ ਨਜ਼ਰ ਮਾਰਦਾ ਤੇ ਮੈਨੂੰ ਪ੍ਰਤੀਤ ਹੁੰਦਾ ਹੈ, ਮੈਨੂੰ ਇਸ ਮਹਿਸੂਸ ਹੁੰਦਾ ਹੈ, ਜਿਨ੍ਹਾਂ ਨੇ ਤੇਰੇ ਚਰਨਾਂ ਵਿੱਚ ਪ੍ਰੀਤੀਆਂ ਜੋੜੀਆਂ ਨੇ ਕਿੱਡਾ ਮਾਣ ਕੀਤਾ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ। ਮਾਲਕ ਜੇ ਮੈਂ ਪਾਪ ਨਾ ਕਰਦਾ, ਮੰਨਿਆ ਮੈਂ ਪਾਪ ਕੀਤੇ, ਬਹੁਤ ਬੁਰੇ ਕੰਮ ਕੀਤੇ, ਪਰ ਇਹਦਾ ਥੋੜਾ ਜਿਹਾ ਲਾਭ ਜੇ ਤੈਨੂੰ ਵੀ ਹੋਇਆ ਨਾ, ਰੱਬ ਨੂੰ ਕੀ ਲਾਭ ਹੋਇਆ? ਕਹਿੰਦੇ ਤੇਰੇ ਇੱਕ ਨਾਮ ਮੇਰੇ ਕਰਕੇ ਪ੍ਰਗਟ ਹੋ ਗਿਆ। ਮੈਂ ਪਤਿਤ ਸੀ, ਤੂੰ ਪਤਿਤ ਨੂੰ ਪਾਰ ਕੀਤਾ ਕਿ ਪਤਿਤ ਉਦਾਹਰਨ ਬਣ ਗਿਆ। ਤੇਰੇ ਇੱਕ ਬੋਲ ਤੇ ਰੱਬ ਦਾ ਦੁਨੀਆ ਦੇ ਸਾਹਮਣੇ ਪ੍ਰਗਟ ਹੋਇਆ ਨਾ। ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ। ਤੇਰਾ ਪਤਿਤ ਪਾਵਨ ਨਾਮ ਕਿਵੇਂ ਬਣਨਾ ਸੀ? ਮੈਂ ਪਤਿਤ ਹੋਇਆ ਸੀ, ਤੇਰਾ ਨਾਮ ਪਤਿਤ ਪਾਵਨ ਬਣਿਆ ਨਾ। ਤੇਰੀ ਚਰਨਾਂ 'ਚ ਅਰਦਾਸ। ਹਜ਼ੂਰ ਦਾ ਇੱਕ ਪਾਵਨ ਬਚਨ ਫਿਰ ਖਿਆਲ ਵਿੱਚ ਰੱਖਿਆ। ਮਾਲਕ ਆਖਦੇ ਨੇ, ਕਹਿੰਦੇ ਉਹਦੇ ਕੋਲ ਏਡੀ ਵੱਡੀ ਸਮਰੱਥਾ ਹੈ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੋਹੰਦਾ। ਉਹ ਸੇਵਨ ਸਮਰੱਥ ਆਪਣਾ, ਬਿਨਸੈ ਸਭ ਮੰਦਾ। ਸਾਰਾ ਮੰਦਾ ਪਣ ਮੇਰੀ ਬਿਰਤੀ ਵਿੱਚ ਮੈਲ ਜਿੰਨੀ ਉਹ ਸਾਰੀ ਧੋ ਦਿੰਦਾ। ਕਹਿੰਦੇ ਇੱਥੇ ਬਸ ਨਹੀਂ, ਪਤਿਤ ਉਦਾਹਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ। ਕਹਿੰਦੇ ਇਹ ਗੱਲ ਗਿਆਨ ਅਤੇ ਧਰਮੀ ਲੋਕ ਕਹਿੰਦੇ ਨੇ ਜੁਟ ਹੋ ਕੇ, ਭਈ ਰੱਬ ਦਾ ਸੁਭਾਅ ਜਿਹੜਾ ਨਾ ਉਹ ਪਤਿਤ ਪਾਵਨ ਹੈ। ਭਗਤ ਬਸ਼ਲ ਤੇਰਾ ਬਿਰਧ ਹੈ, ਜੁਗ ਜੁਗ ਵਰਤੰਦਾ। ਨਾਨਕ ਜਾਚੈ ਏਕ ਨਾਮ, ਮਨ ਤਨ ਪਾਬੰਦਾ। ਮਾਲਕ ਮੇਰੇ ਤੇ ਕਿਰਪਾ ਕਰ, ਮੈਨੂੰ ਪਤਾ ਲੱਗ ਗਿਆ, ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਮੈਂ ਜਿਤਨਾ ਮਰਜ਼ੀ ਵੀ ਔਗਣੇ ਆ ਹੋਵਾਂ, ਤਦ ਵੀ ਤੇਰੀ ਬਖਸ਼ਿਸ਼ ਦੀ ਚਾਦਰ ਕਦੇ ਛੋਟੀ ਨਹੀਂ ਹੁੰਦੀ। ਮੇਰੇ ਔਗਣ ਛੋਟੇ ਹੋ ਸਕਦੇ ਨੇ, ਇਸ ਗੱਲ ਦਾ ਪਤਾ ਲੱਗ ਗਿਆ। ਇੱਕ ਬਚਨ ਹੋਰ ਬੜੀ ਧਿਆਨ ਨਾਲ ਸੁਣੋ, ਗੁਰੂ ਤੇਗ ਬਹਾਦਰ ਸਾਹਿਬ ਜੀ ਲਈ, ਹਰ ਕੋ ਨਾਮ ਸਦਾ ਸੁਖਦਾਈ। देखो अगली पंक्तियां कैसे नहीं। जाको सिमर अजामन उतरियो, गंगा हुंगत पाई। पंचाली को राजसभा में राम नाम सुध आई। ताको दुख हरियो करना में अपनी पैज बढ़ाई। जे नार जस कृपा ने जगायो, ताको भयो सहाई। कहो नानक में यही भरोसा है। आ भरोसा समझिया मैं, मालक तू तो अत दे पापियां नूं भी पार करने जोगा है। तेरे को तो रहमत एडी वड्डी है। हजूर कृपा करते ने, कहो नानक मैं यही भरोसा है। गही अन शरनाई, मैं तेरी शरण आके पकड़ ली। पतत पवित्र लिए कर अपने, सगल करत नमस्कारो। वर्ण जात को पूछे नहीं,
ਬੰਛੇ ਚਰਨ ਰਵਾਰੋ। ਤੂੰ ਪਤਿਤਾਂ ਨੂੰ ਇਹੋ ਜਿਹਾ ਪਾਵਨ ਕਰ ਲਿਆ ਜਿਹਨੂੰ ਜ਼ਮਾਨਾ ਨਹੀਂ ਸੀ ਕਬੂਲ ਕਰਦਾ, ਉਹਨੂੰ ਤਾਂ ਇਹੋ ਜਿਹੇ ਕਬੂਲ ਕਰ ਲਿਆ ਸੰਸਾਰ ਦੇ ਅੰਦਰ ਉਹਨਾਂ ਦਾ ਨਾਮ ਨਾ ਉੱਚਾ ਹੋ ਗਿਆ। ठाकुर ऐसो नाम तुम्हारो सगल सृष्ट को धनी कीजे जन को अंग निरारो। वैसे तो तू सारे सृष्टि का करता है, पर अपने सेवक का तू वखरा पक्ष करना। तो रब पतित पावन है। प्यार वाले हो, कोई किड्डा ही पापी होवे, रब की बुक्कड़ ने कदे नहीं किया तेरी थां मेरे कोल नहीं है, बल्कि बचन आखे ने जिस पापी को मिले ना ढोई शरण आए ता निर्मल होई। जिस पापी नूं दुनिया च किधरे ढोई नहीं मिलती, अगर वो गुरु को आ जाए गुरु उन्हें तद भी बख्श लेता है, मालिक अपने दर ते कबूल कर लेता है। एक भाई गुरदास जी का बोल कह के फिर आपां शब्द विचार वाले पासे तुरना है। बड़े ध्यान नाल सुणो। भाई साहब जी ने बड़ी कमाल की। उन्होंने मान लो भी अकल के दो तराजू बनाए ने, दो पलड़े बनाए ने, अपनी अकल अपनी सियाणप के दो पलड़े बनाए ने। एक पलड़े विच अपने औगण रखे ने, एक पलड़े विच रब दे परोपकार रखे ने। दोनों ने तोलिया। बड़ी प्यारी वचन है। तो सो न नाथ अनाथ न मोसर, तो सो न दानी न मोसो भिखारी। मेरे वर्गा अनाथ कोई नहीं ते तेरे वर्गा नाथ कोई नहीं। नाथ दा अर्थ हुंदा मालिक। मेरे वर्गा भिखारी कोई नहीं ते तेरे वर्गा दानी कोई नहीं। इत्थे बस नहीं। मोसो न दीन दयाल न तोसर। मेरे वर्गा रब्बी गुणा तो खाली गरीब कोई नहीं। गरीब निरे पैसे पक्षों गरीब नहीं होंदे, जिन्हां दे कोल रब्बी बख्शिशां रब दे गुण ना होवन वो भी गरीब ने, वो गुणा पक्षों गरीब ने। मालिक जी भाई गुरदास जी आखते ने, कहते मोसो न दीन दयाल न तोसर, मोसो अज्ञान न तोसो विचारी। मेरे वर्गा अज्ञानी कोई नहीं, तेरे वर्गा विचारवान कोई नहीं। दो चीजों पाके चलिए। मोसो न पतित पावन न तोसा। मेरे वर्गा पतित कोई नहीं। गल गल ते पतित कहंदे ने उन जेड़ा बंदा धर्म दे राह ते तुरिया जांदा डोड़ जाए, डिग पवे। पतित शब्द का अर्थ है जिहड़ा बंदा इंसानियत दे कर्मां तो डिग जाए, जिन्हों गुरु जी ने गुरबाणी में भी जिक्र किया, करतूत पशु की मानस जात, लोक प्रचारा करे जनगात। हजूर कृपा करते हैं, कहने लगे भलिया भाई गुरदास जी का बोर्ड है, कहने मालिक जी मोस न पतित पावन न तोसा। तेरे वर्गा को पावन करने वाला नहीं। मोसो विकारी न तोसो उपकारी। मेरे वर्गे विकार कमाने वाला कोई नहीं। केड़ा विकार है जिहड़ा मैं छड्डिया होवे, पर तू किड्डा दयालु, केड़ा औगण है जिहड़ा तू ना लुकाया होवे। एक बेनती करनी चाहना है, आखिरी पंक्ति बाद विच कहांगा, बड़े ध्यान नाल सुनियो। साहिब आखते ने, जिन कीता माटी ते रतन, गर्भ में रख्या जिन कर जतन, जिन दीनी शोभा वडियाई, तिस प्रभ को अठ पहर ध्याई। देख अपने मन विच देख किन्नियां सोचां गलत ने तेरियां, फिर भी वो दाता किन्ने परदे कजदा है, बाहर नहीं किसी नूं पता लगदा। जै प्रसाद तेरे सगल शिदर ढाके। शिदर मतलब कमजोरियां। भाई गुरदास जी का बोल कह रहा सा, तो सो न नाथ अनाथ न मूसर, तो सो न दानी न मोसो भिखारी। मोसो न दीन दयाल न तोसर, मोसो अज्ञान न तोसो विचारी। मोसो न पतित पावन न तोसर, मोसो भिखारी न तोसो उपकारी। मेरे हैं अवगुण। कबूल कर लीजिए, कबूल कर लीजिए।
मेरे है अवगुण तू गुण सागर, जात रसातल। मैं तो गरकदा जा रहा अपने औगुणों के कारण। ओट तुहारी, मैनू तेरी ओट है। मैं यो सुनिया मालिक जी, जिस पतत जिस पापी नूं किधरे कोई थां नहीं मिलती, वो भी तेरे चरणों पर आ जाए। तू जो शरण आवे तिस कंठ लावे, ये फिर स्वामी संधा। गुरु तेग बहादुर साहब जी का श्लोक। एक मैं बेनती और करके फिर अगे गल तोरांगा, बड़ी तवज्जो दी के समझना। बहुतात धर्म ने जिन्होंने एक बारी कोई खिस गया, निकल गया धर्म के विचों, किसी कारण करके डिग पिया तो वापसी के दरवाजे बंद ने। बहुतात धर्म ने अपने को इन्ना वक्त नहीं सारी गल की डिटेल कर ली, पर सिक्खी ने कदे भी दरवाजा बंद नहीं किया। सिक्खी ने कदे निराशावादी गल नहीं की। सिक्खी उत्साहत कर दी। तो की होया, हाले भी मालिक तेनों आवाजा मारदा, हाले भी गुरु आवाज मारदा। कदे सुनता सही, गुरु की आवाज सुनता सही। गुरु की अज भी कहता है, आए मेरे गुरसिख आए मेरे, तो मेरे गुरु के प्यारे। गुरु की अज भी आवाजा मारदा है। मैनूं माफ करियो, सी मां दी, प्यो दी, भैन भरावां दी, सज्जन मित्रां दी, सब दी आवाज सुन लैने आ, नहीं कदे सुनते। तो आ बोल नहीं सुनते। आवो सिख सतगुरु के प्यारे हो, गावो सच्ची बाणी। बाणी तो गावो गुरु केरी बाणी सिर पर। तो अज हजूर ने बड़ी कृपा की, साढ़े सारे सवालों का जवाब दिता। पतित उदाहरण, पतित नूं भी उधार करने की समर्था रखने वाला प्रभ भाव है। तो पतित उधार है, आप करे और सारा कुछ किसी की सलाह लेके थोड़ा कर दे। वो किसी की सलाह लेके नहीं करता, वो सारा कुछ जो भा जाए कि पतित नूं भी पार कर सकता है। डिगे हुए लोगों को, कुरख्त लोगों को, पापी लोगों को भी बख्श सकता है। पतित उदाहरण। दूजा शब्द है भै हरण। हर एक तरह का भै, हर एक तरह का डर। ये नहीं भी कुछ ही गदा का डर। जे मालिक के चरणों में आ गए, रोजी रोटी का कोई डर नहीं। पता लग गया भी मालिक प्रतिपालना करता है। देखो आशा की बात के विच वचन होंदा है, उत्थे करते तो भी पहला दाते का जिक्र है। दाता करता आप तुस देवे करे पसाओ, तू जान हुई सब सहजे लैसा जिंद कवाओ, कर आसन बिठो जाओ। तो दाता है, सब तो पहला मेरी रोजी रोटी का प्रबंध किया। बंदिया तेनू क्यों यकीन नहीं आता, जदों तेरी पैदाइश भी नहीं सी होई, उदों मां कोल दुध दा खजाना आ गया सी। कवि बालम होया कि उन्हें बड़ी प्यारी कविता लिखी सी किसी वेले, बहुत सियाना कवि सी। जिस रोज रजा थी निम्मिया तो कीती उदों तो राजक तैयार रोजी। रोजी खान वाले आउंदे बहुत मगरों पहला करदी है इंतजार रोजी। मां दे सीने दे सोढ़ खजानियां च बहती बन के दुध दी धार रोजी। बालम उसनू किसकी परवाह होसी, जदों देनहार आप दातार रोजी। जिन्हों ये भरोसा बन गया वो दुनिया च डोलदा नहीं, उन्होंने कोई डर नहीं, उन्होंने अपने औकड़ों का भी डर नहीं। उन्होंने पता है सब धन कहो गुर सतगुरु जित मिल हर परदा कजिया। उन्होंने डर नहीं अपने हुण औगणों का भी। उन्होंने पता लग गया गुर पूरे मेरी राख लई, अमृत नाम हृदय में जीनो, जन्म जन्म की मैल गई। गुरु बड़ी कृपा करता है। पतित उदाहरण, भै हरण, मौत का भी डर नहीं रह गया।
मौत भी एक आनंद बन गई। पिछलेरे दिनों की भी खुल के व्याख्या आप करते हैं। भै मरवे को बिसरत नाही ते चिंता तन जारा। गुरु तेग बहादुर जी का ही वचन है। कहेंगे वो डर भी खत्म हो गया, मौत का डर ही कोई नहीं हो। अपने मालिक के चरणों में टुर के हर अनाथ के नाथ, हर परमेश्वर अनाथ के नाथ जी का कोई भी मालिक नहीं होता, वो भी मालिक बन जाता है। वो सिर पर भी मेहर भरी हथ रख देता है। हर जियो निमाणिया तू मान, नचीजिया चीज करे मेरा गोबिंद, तेरी कुदरत को कुर्बान। आता सही मालिक के चरणों में जेड़े औगण किते भी नहीं विकते, गुरु उन्होंने भी कबूल कर लेंगे। गुरु तेग बहादुर साहब जी के जीवन विचों ही एक गाथा सानू बड़ा प्यारा हौसला देती है। सानू भटकिया स्थिरता बना देती है, सानू टुटिया जोड़ देती है, सानू भुलिया राही पा देती है, साडियां उदासियां खत्म कर देती है। वो गाथा कहने लगा, गुरु तेग बहादुर साहब जी उन्होंने प्रचारक दौरे किए ने बड़े लंबे लंबे। एक प्रचारक दौरे के दरमियान उदों सिख संगतां जिहड़ियां हुंदियां सी, उस इलाके के जिहड़े मसंद हुंदे सी, गुरु के सिख गुरु नाल नेड़ता रखने वाले, वो पहला सारा प्रबंध कर लेंगे सी ताकि जिस दिन गुरु जी आउण उस दिन किते असीं वखरी सेवा च न लगे रहिए तो गुरु के वचन ही न सुन सके। इधर भी एक बड़ा गुरु का प्यारा सिख है, तो उन्हें भी जिहड़ी इलाके दे विचों किसी सिख संगत ने जो मर्जी किसी की भावना है वो उन्होंने भेटा इकट्ठी करी। एक परिवार च गए, एक नौजवान बच्ची झाड़ू दे रही है, आवाज मारी, धीए मैं गुरु तेग बहादुर साहब जी का आना सुनिया तो उन्होंने लंगर वास्ते संगतां वास्ते कुछ लैन आए, तो मैं चाहना भी कुछ ना कुछ मैनूं दे के भेजो। हुण कुदरती गल है, साडा सुभाव इक्को जिहे लोकां नूं वेख के कई बारी सानूं लगता है भी जिवें आम मंगते ने, कई बारी इवें दा ही। उन्हें आवाज़ दी, कह लगी बाबा अगे जा, इत्थे घर च नहीं कोई भी। वो कह लगे कि तू झाड़ू दे रही, तू है घर च कुछ ना कुछ एक कोली आटे की पा दे। मैं चाहना सारियां दा भला होवे, किसी एक दी गल ना होवे। जो कणका मात्र तेरा जी करदा है, जो कणका मात्र सरदा है, बड़ा वधिया घर है तुहाडा। वो कह लगी बाबा कहा भी घर च है कोई नहीं। कह लगे कि ये घर के बंदे ही गए ने, घर के समान तो घर ही होना है ना, जो तेरे को सरदा है। वो झाड़ू दे रही सी, कूड़ा इकट्ठा किया, कह लगी ले मेरे को आ सरदा कर झोली। उन्हें झोली दे विच कूड़ा पा दिता। उस गुरसिख का नाम है चाचा फग्गू। उन्हें झोली विच कूड़ा भी पवा के ते एक जगह ते सामभ के रख लिया। किसी ने कोई गल नहीं की, किसी ने कोई गल ना की। गुरु तेग बहादुर सच्चे पातशाह महाराज आए ते आखिर सतगुरु कृपा की, दीवान लग्या। 2-4 दिन गुरु जी रुकते होंगे सन। हजूर ने पहले दिन गल कही, कहने लगे बई जिहड़ी भेटा एतकी आई है ना, तो सारी की सारी ईमानदारी नाल जमा करवा दी। सिख संगतां नूं बड़ा ये इतराज होया भी कमाल है, इसका मतलब किते ना किते हेरा फेरी भी होंदी होएगी जिहड़ी ये गुरु जी ने गल कही। फिर दोबारे दूजा दिन आया, हजूर ने फिर बचन आखे, कहने लगे बई पर वो जी भेटा है वो ईमानदारी ने जमा करवा दियो, तुसीं क्यों बेईमाना करते हो? गुरु की भेटा है तो गुरु दे दियो।
ਸੰਗਤ ਬੜੀ ਹੈਰਾਨ ਬਈ ਇਸ ਚਾਚੇ ਫੱਗੂ ਦਾ ਹੀ ਨਾ ਹੈ। ਲੋਕ ਇਹਨੂੰ ਰੱਬ ਦੇ ਬਰਾਬਰ ਮੰਨਦੇ ਨੇ, ਗੁਰੂ ਦਾ ਰੂਪ ਸਮਝਦੇ ਨੇ, ਤੇ ਗੁਰਾਹੀ ਤਾਂ ਇਹੀ ਇਕੱਠੀ ਕਰਦੇ ਇਹਦੇ ਨਾਲ ਜਿਹੜੇ 2-4 ਸਿੱਖ ਨੇ। ਕਮਾਲ ਹੈ। ਤੀਜਾ ਦਿਨ ਆਇਆ, ਹਜ਼ੂਰ ਕਹਿਣ ਲੱਗੇ ਵੀ ਤੁਸੀਂ ਇਮਾਨਦਾਰੀ ਨਾਲ ਕਿਉਂ ਨਹੀਂ ਭੇਟਾ ਜਮ੍ਹਾਂ ਕਰਵਾਉਂਦੇ, ਫਿਰ ਮੈਨੂੰ ਮੰਗਵਾਉਣੀ ਪਏਗੀ। ਚਾਚਾ ਫੱਗੂ ਉੱਠ ਕੇ ਆ ਗਿਆ, ਅੱਖਾਂ 'ਚ ਪਾਣੀ ਭਰ ਆਇਆ, ਕਹਿਣ ਲੱਗਿਆ ਮੇਰਾ ਲਿਆ ਦਾਤਿਆ, ਤੂੰ ਪਰਦਾ ਕੱਢਣ ਵਾਲਾ ਹੈ, ਪਰਦਾ ਕੱਢ ਦੇ ਉਸ ਬੱਚੀ ਦਾ। ਜਿਹੜੀ ਗਲਤੀ ਹੋ ਗਈ ਉਸ ਬੱਚੀ ਕੋਲੋਂ, ਪਰਦਾ ਕੱਢ ਦੇ ਦਾਤਿਆ। ਹਜ਼ੂਰ ਕਹਿਣ ਲੱਗੇ ਚਾਚਾ ਤੂੰ ਤੇ ਗੱਲ ਨਹੀਂ ਕੀਤੀ, ਤੇਰੇ ਨਾਲ ਗੁਰਾਹੀ ਕਰਨ ਵਾਲੇ ਸਿੱਖਾਂ ਨੇ ਮੈਨੂੰ ਦੱਸਿਆ। ਸੱਚ ਦੱਸ ਤੂੰ ਕੂੜਾ ਕਿਉਂ ਨਹੀਂ ਭੇਟਾ ਕੀਤਾ? ਕਹਿਣ ਲੱਗੇ ਪਾਤਸ਼ਾਹ ਕੂੜਾ ਕਿਵੇਂ ਭੇਟਾ ਕਰਾਂ, ਸ਼ਰਮ ਨਹੀਂ ਆਉਂਦੀ ਮੈਨੂੰ, ਮੈਂ ਕੂੜਾ ਕਿਵੇਂ ਭੇਟਾ ਕਰਾਂ? ਹਜ਼ੂਰ ਨੇ ਵਚਨ ਆਖਿਆ ਸੀ, ਕਹਿਣ ਲੱਗੇ ਜਿਹੜਾ ਕੂੜਾ ਤੈਨੂੰ ਝੋਲੀ 'ਚ ਪਾਉਣ ਲੱਗਿਆ ਸ਼ਰਮ ਨਾ ਆਈ, ਲਾਜ ਨਾ ਆਈ, ਤੇ ਮੈਨੂੰ ਕਿਵੇਂ ਆ ਜਾਏਗੀ? ਲਿਆ ਉਹ ਕੂੜਾ ਵੀ ਪ੍ਰਵਾਨ ਹੈ, ਉਹਦੇ ਵਿੱਚੋਂ ਫੋੜ ਕੇ ਵੇਖੀ। ਚਾਚੇ ਨੇ ਪੋਟਲੀ ਲਿਆਂਦੀ, ਫੋੜ ਕੇ ਵੇਖਿਆ, ਉਹਦੇ 'ਚ ਬੇਰ ਦੀਆਂ ਗਿਟਕਾਂ ਸੀ। ਹਜ਼ੂਰ ਕਹਿਣ ਲੱਗੇ ਗੁਰੂ ਘਰ ਕਿਸੇ ਦੀ ਜੜ ਨਹੀਂ ਪੁੱਟਦਾ, ਗਿਟਕਾਂ ਹੀ ਬੀਜਦੇ, ਕੋਈ ਗੱਲ ਨਹੀਂ, ਕੋਈ ਭੁੱਖਾ ਵਿਚਾਰਾ ਬੇਰੀ ਕੋਲੋਂ ਬੇਰ ਤੋੜ ਕੇ ਖਾਇਆ ਕਰੇਗਾ। ਉਸ ਬੱਚੀ ਨੂੰ ਪਤਾ ਲੱਗਿਆ, ਰੋ ਰੋ ਕੇ ਗੁਰੂ ਦੇ ਚਰਨ ਧੋ ਦਿੱਤੇ। ਉਹ ਦਾਤਿਆ ਤੂੰ ਵੀ ਇੰਨਾ ਬਖਸ਼ਣ ਹੈ, ਪਤ ਤੋਂ ਉਦਾਹਰਨ ਪੈ ਹਰਨ, ਹਰ ਅਨਾਥ ਕੇ ਨਾਥ, ਉਹ ਅਨਾਥਾਂ ਦਾ ਵੀ ਨਾਥ ਹੈ। ਕਹੋ ਨਾਨਕ ਤੇ ਜਾਣੀਏ ਸਦਾ ਵਸਤ ਤੁਮ ਸਾਥ। ਇਹ ਗੱਲ ਬੜੀ ਆਪਣੇ ਜ਼ਿਹਨ ਵਿੱਚ ਵਸਾ ਲੈਣ ਵਾਲੀ ਹੈ। ਯਾਦ ਰੱਖਿਓ ਜੇ ਜਦੋਂ ਵੀ ਕਦੇ ਮੁਸ਼ਕਿਲ ਬਣੇ ਨਾ, ਬਾਕੀ ਤੇ ਸਾਥ ਛੱਡ ਜਾਂਦੇ ਨੇ, ਪਰ ਰੱਬ ਉਤਨਾ ਹੀ ਨੇੜੇ ਆ ਜਾਂਦਾ ਹੈ। ਮੁਸੀਬਤ ਵਿੱਚ ਰੱਬ ਉਤਨਾ ਹੀ ਨੇੜੇ ਆ ਜਾਂਦਾ ਹੈ, ਉਤਨਾ ਨਜ਼ਦੀਕ ਆ ਜਾਂਦਾ ਹੈ। ਹਜ਼ੂਰ ਕਿਰਪਾ ਕਰਦੇ ਨੇ, ਕਹੋ ਨਾਨਕ ਤਿਹ ਜਾਣੀਏ, ਉਹਨੂੰ ਜਾਣ, ਉਹਨੂੰ ਸਮਝ, ਇਸ ਗੱਲ ਨੂੰ ਭਰੋਸਾ ਕਰ। ਸਦਾ ਬਸਤ ਤੁਮ ਸਾਥ, ਸਦਾ, ਇਹ ਨਹੀਂ ਵੀ 2-4 ਦਿਨਾਂ ਲਈ, ਨਾ ਉਹਦੀ ਮੌਤ ਹੋਣੀ ਹੈ, ਨਾ ਉਹਨੂੰ ਕਿਸੇ ਨੇ ਵਿਛੋੜਨਾ। ਸਦਾ ਬਸਤ ਤੁਮ ਸਾਥ, ਉਹ ਸਦੀਵ ਕਾਲ ਤੇਰੇ ਨਾਲ ਵਸਦਾ ਹੈ, ਸਦਾ ਹੀ ਤੇਰੇ ਨਾਲ ਵਸਦਾ ਹੈ। ਉਹਨੇ ਕਦੇ ਤੈਨੂੰ ਛੱਡ ਕੇ ਨਹੀਂ ਜਾਣਾ। ਤੂੰ ਅਮੀਰ ਹੋਵੇਂ, ਗਰੀਬ ਹੋਵੇਂ, ਦੁਖੀ ਹੋਵੇਂ, ਸੁਖੀ ਹੋਵੇਂ, ਬੁੱਢਾ ਹੋਵੇਂ, ਜਵਾਨ ਹੋਵੇਂ, ਬਿਕਾਰੀ ਹੋਵੇਂ, ਪਰਉਪਕਾਰੀ ਹੋਵੇਂ, ਕੁਛ ਵੀ ਹੋਇਆ ਉਹਨੇ ਤੇਰੇ ਨਾਲ ਕਦੇ ਨਹੀਂ ਵਿਛੜਨਾ। ਆਓ ਪਿਆਰ ਵਾਲਿਓ, ਫਿਰ ਗੁਰੂ ਦਾ ਇੱਕ ਬਚਨ ਕਹਿ ਕੇ ਆਪਾਂ ਸਮਾਪਤੀ ਕਰੀਏ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੇ। ਆਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਨੂੰ ਘੁੱਟ ਕੇ ਆਪਣੇ ਮਨ ਦੀ ਗੰਢ ਵਿੱਚ ਬੰਨ੍ਹ ਲਈਏ, ਇਹ ਬੜਾ ਹੀ ਕੰਮ ਆਏਗਾ। ਭਰੋਸਾ ਕਰੀਏ, ਗੁਰੂ ਦੇ ਬਚਨਾਂ ਨਾਲ ਜੁੜ ਜਾਈਏ। ਇਤਨੀਆਂ ਬੇਨਤੀਆਂ ਕਬੂਲ, ਭੁੱਲਾਂ ਦੀ ਖਿਮਾ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜਿਨ੍ਹਾਂ ਪਾਸੋਂ ਆਪ ਜੀ ਬੜੇ